ਕਿਤਾਬ ਡੂੰਘੀਆਂ ਸਿਖਰਾਂ। ਵਿਸ਼ਾ ਇੱਕ ਹੀ ਮੌਸਮ ਪਤਝੜ ਦਾ। ਪਰਾਇਆ ਦੇਸ਼ ਕਿਤਨਾ ਵੀ ਵਿਸ਼ਾਲ ਹੋਵੇ, ਆਪਣੇ ਘਰ ਨਾਲੋਂ ਸੌੜਾ ਹੀ ਲੱਗਦਾ ਹੈ। ਜਿਵੇਂ ਉਖੜੇ ਹੋਏ ਦਰਖਤ ਦੀ ਕੋਈ ਛਾਂ ਨਹੀਂ ਹੁੰਦੀ, ਉਵੇਂ ਹੀ ਉਖੜੇ ਹੋਏ ਮਨ ਦੀ, ਉਦਾਸ ਹੋਏ ਦਿਲ ਦੀ ਕੋਈ ਧਰਵਾਸ ਨਹੀਂ ਹੁੰਦੀ। ਜਿਉਂ-ਜਿਉਂ ਕੋਈ ਵਧੇਰੇ ਵਿਦਵਾਨ, ਯਥਾਰਥਵਾਦੀ, ਸੂਖਮ ਅਤੇ ਤਜਰਬੇਕਾਰ ਹੋਈ ਜਾਂਦਾ ਹੈ, ਤਿਉਂ-ਤਿਉਂ ਉਹ ਉਦਾਸ ਹੋਈ ਜਾਂਦਾ ਹੈ। ਨਿਰਾਸ਼ਤਾ ਤੋਂ ਉਪਜੀ ਉਦਾਸੀ 20ਵੀਂ ਸਦੀ ਦੀ ਕਾਢ ਹੈ। ਜੇ ਕਿਸੇ ਨਿਰਾਸ਼ਾਵਾਦੀ ਨੂੰ ਕਿਸੇ ਆਸ਼ਾਵਾਦੀ ਨਾਲ ਰਹਿਣਾ ਪੈ ਜਾਵੇ ਤਾਂ ਦੱਸਿਆ ਨਹੀਂ ਜਾ ਸਕਦਾ ਕਿ ਸਜ਼ਾ ਕੌਣ ਭੁਗਤ ਰਿਹਾ ਹੋਵੇਗਾ। ਕੋਈ ਕਹਿ ਰਿਹਾ ਸੀ, ਕਈ ਲੋਕ ਬਿਨਾਂ ਕੁਝ ਦੱਸੇ ਹੀ ਆਤਮਘਾਤ ਕਰ ਲੈਂਦੇ ਹਨ। ਸੁਣਨ ਵਾਲੇ ਨੇ ਕਿਹਾ, ਕੀ ਆਤਮਘਾਤ ਕਰਨਾ ਦੱਸਣਾ ਨਹੀਂ? ਉਦਾਸੀ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਅਨੁਭਵ ਹੈ। ਕੋਈ ਵੀ ਇਸ ਤੋਂ ਮੁਕਤ ਨਹੀਂ। ਮਾਨਵ ਜਾਤੀ ਦੀ ਸਾਂਝੀ ਸ਼ਿਕਾਇਤ ਸਰੀਰਕ ਦਰਦ ਹੈ। ਇਸੇ ਕਰਕੇ ਦਵਾਈਆਂ ਵਿੱਚ ਸਭ ਤੋਂ ਵੱਧ ਗਿਣਤੀ ਦਰਦ ਨਿਵਾਰਕ ਦਵਾਈਆਂ ਦੀ ਹੈ। ਸਰੀਰਕ ਦਰਦ ਨੂੰ ਕਸ਼ਟ ਵੀ ਕਹਿੰਦੇ ਹਨ। ਮਨੁੱਖ ਸਰੀਰਕ ਦਰਦ ਜਾਂ ਕਸ਼ਟ ਦਾ ਇਲਾਜ ਭਾਵੇਂ ਲੱਭ ਲਵੇ, ਪਰ ਮਾਨਸਿਕ ਦਰਦ ਦਾ ਇਲਾਜ ਸੌਖਾ ਨਹੀਂ। ਮਾਨਸਿਕ ਦਰਦ ਨੂੰ ਉਦਾਸੀ ਕਹਿੰਦੇ ਹਨ। ਇਹ ਵੀ ਸੱਚ ਹੈ ਕਿ ਦਰਦ ਹੀ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ। ਦੁੱਖ, ਦਰਦ ਅਤੇ ਉਦਾਸੀ ਸਾਡੇ ਵਿਕਾਸ ਦੀਆਂ ਲੋੜਾਂ ਹਨ। ਜੇ ਦਰਦ ਅਤੇ ਉਦਾਸੀ ਨਾ ਹੁੰਦੇ ਤਾਂ ਉਮਰ ਕੋਈ ਵੀ ਹੁੰਦੀ, ਅਸੀਂ ਬੱਚੇ ਹੀ ਰਹਿਣਾ ਸੀ ਅਤੇ ਤਰਸ, ਹਮਦਰਦੀ ਅਤੇ ਸਹਿਯੋਗ ਜਿਹੇ ਲੱਛਣ ਸਾਡੇ ਵਿੱਚ ਪ੍ਰਗਟ ਨਹੀਂ ਸਨ ਹੋਣੇ। ਇਸਤਰੀਆਂ ਵਿਚਲੇ ਬਹੁਤ ਗੁਣ ਉਹਨਾਂ ਦੇ ਸਰੀਰਕ ਅਤੇ ਭਾਵਕ ਦਰਦਾਂ ਨਾਲ ਰਿਸ਼ਤੇ ਕਾਰਨ ਹੁੰਦੇ ਹਨ। ਜਾਨਵਰਾਂ, ਪੰਛੀਆਂ ਆਦਿ ਨੂੰ ਵੀ ਸਰੀਰਕ ਕਸ਼ਟ ਤਾਂ ਮਨੁੱਖਾਂ ਵਾਂਗ ਹੀ ਹੁੰਦਾ ਹੈ, ਪਰ ਮਾਨਸਿਕ ਕਸ਼ਟ ਕੇਵਲ ਮਨੁੱਖ ਦਾ ਅਨੁਭਵ ਹਨ। ਸੋ ਉਦਾਸੀ ਕੇਵਲ ਮਨੁੱਖ ਦਾ ਅਨੁਭਵ ਖੇਤਰ ਹੈ। ਮਾਨਸਿਕ ਦਰਦ ਜਾਂ ਉਦਾਸੀ ਮਨੁੱਖ ਦੇ ਸਮਾਜੀਕਰਨ ਕਰਕੇ ਹੈ। ਸਾਡੀ ਉਦਾਸੀ ਲਈ ਕੋਈ ਹੋਰ ਜ਼ਿੰਮੇਵਾਰ ਹੁੰਦਾ ਹੈ। ਹਰ ਕੋਈ ਸਾਨੂੰ ਉਦਾਸ ਕਰਦਾ ਹੈ, ਕੋਈ ਮਿਲ ਕੇ ਉਦਾਸ ਕਰਦਾ ਹੈ ਤੇ ਕੋਈ ਵਿਛੜ ਕੇ। ਕਈ ਲੋਕਾਂ ਵਿੱਚ ਉਦਾਸ ਹੋਣ ਦੀ ਤਾਂਘ ਹੁੰਦੀ ਹੈ। ਉਹ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਖੁਸ਼ੀ ਮਾਣ ਸਕਣ, ਸੋ ਉਹ ਪ੍ਰਸੰਨ ਹੋਣ ਵਾਲੀਆਂ ਹਾਲਾਤਾਂ ਵਿੱਚ ਵੀ ਉਦਾਸ ਹੁੰਦੇ ਹਨ। ਕਈ ਲੋਕ ਉਹ ਉਦਾਸੀ ਨੂੰ ਸਿਆਣਪ ਨਾਲ ਜੋੜਦੇ ਹਨ। ਅਜਿਹੇ ਲੋਕਾਂ ਨੂੰ ਮਾਣ ਹੁੰਦਾ ਹੈ ਕਿ ਉਹ ਉਦਾਸ ਨਹੀਂ, ਸਿਆਣੇ ਹਨ, ਸੋ ਉਹ ਇਕੱਲੇ ਹੀ ਵਿਚਰਦੇ ਹਨ। ਇਕੱਲਤਾ ਉਦਾਸੀ ਨੂੰ ਅਤੇ ਉਦਾਸੀ ਇਕੱਲਤਾ ਨੂੰ ਵਧਾਉਂਦੀ ਹੈ। ਫੌਜੀਆਂ ਦੀ ਉਦਾਸੀ ਅਤੇ ਦੁੱਖ ਦਰਦ ਯੁੱਧ ਮੁੱਕਣ ਉਪਰੰਤ ਸ਼ੁਰੂ ਹੁੰਦੇ ਹਨ, ਕਿਉਂਕਿ ਯੁੱਧ ਮਗਰੋਂ ਲੜਾਈ ਜਾਂ ਮੁੱਠਭੇੜ ਵਿੱਚ ਮਾਰੇ ਗਏ ਸਾਥੀਆਂ ਦੇ ਚਿਹਰੇ ਅੱਖਾਂ ਅੱਗੋਂ ਹਟਦੇ ਹੀ ਨਹੀਂ। ਲੜਾਈ ਦੌਰਾਨ ਸੋਚਣ ਮਹਿਸੂਸ ਕਰਨ ਦੀ ਵੇਲ ਨਹੀਂ ਹੁੰਦੀ, ਪਰ ਯੁੱਧ ਉਪਰੰਤ ਵੇਲ ਮਿਲਦਿਆਂ ਹੀ ਪਏ ਘਾਟਿਆਂ ਦੀ ਯਾਦ ਉਦਾਸੀ ਉਪਜਾਉਂਦੀ ਹੈ ਅਤੇ ਥਾਲੀ ਵਿੱਚੋਂ ਵਿਛੜ ਗਏ ਸਾਥੀ ਦਾ ਚਿਹਰਾ ਨਜ਼ਰ ਆਉਂਦਾ ਹੈ। ਕਿਸੇ ਦੇ ਮਰਨ ਉਪਰੰਤ ਉਦਾਸੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਭੋਗ ਉਪਰੰਤ ਸਾਕ ਸੰਬੰਧੀ ਚਲੇ ਜਾਂਦੇ ਹਨ ਅਤੇ ਸਾਡਾ ਸਥਿਤੀ ਦੇ ਯਥਾਰਥ ਨਾਲ ਸਾਹਮਣਾ ਹੁੰਦਾ ਹੈ। ਪਤੀ ਦੇ ਮਰਨ ਨਾਲ ਘਰ ਹੀ ਨਹੀਂ, ਆਪਣਾ ਆਪ ਵੀ ਖਾਲੀ ਖਾਲੀ ਲੱਗਦਾ ਹੈ। ਇਵੇਂ ਹੀ ਪ੍ਰੀਖਿਆ ਉਪਰੰਤ ਸਵਾਲਾਂ ਦੇ ਦਿੱਤੇ ਗਲਤ ਉੱਤਰਾਂ ਦੀ ਗਿਣਤੀ ਵਧਣ ਲੱਗਦੀ ਹੈ ਅਤੇ ਇਮਤਿਹਾਨ ਮੁੱਕਣ ਦੀ ਖੁਸ਼ੀ ਨਤੀਜਾ ਚੰਗਾ ਨਾ ਆਉਣ ਦੀ ਚਿੰਤਾ ਵਿੱਚ ਬਦਲ ਜਾਂਦੀ ਹੈ। ਵਿਆਹ ਵੇਲੇ ਕਿਸੇ ਨੇ ਵੀ ਸੋਚਿਆ ਨਹੀਂ ਹੁੰਦਾ ਕਿ ਤਲਾਕ ਲੈਣਾ ਪਵੇਗਾ। ਤਲਾਕ ਦੋਹਾਂ ਧਿਰਾਂ ਨੂੰ ਅਸਫਲ ਹੋਣ ਕਾਰਨ ਉਦਾਸ ਕਰਦਾ ਹੈ। ਅਸੀਂ ਪਰਿਵਾਰਕ ਮਾਣ ਸਤਿਕਾਰ ਵਾਸਤੇ, ਬੱਚਿਆਂ ਵਾਸਤੇ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਈ ਰੱਖਣ ਵਾਸਤੇ
ਵੱਡੀਆਂ ਮੁਸੀਬਤਾਂ ਵੀ ਖਿੜੇ ਮੱਥੇ ਜਰ ਲੈਂਦੇ ਹਾਂ, ਪਰ ਤਲਾਕ ਦਾ ਮੁਕੱਦਮਾ ਅਤੇ ਪਰਿਵਾਰਕ ਪਰੇਸ਼ਾਨੀਆਂ ਸਾਨੂੰ ਨਿਤਾਣਾ ਕਰ ਦਿੰਦੀਆਂ ਹਨ ਅਤੇ ਸਾਡੇ ਅੰਦਰ ਬਾਹਰ ਉਦਾਸੀ ਪਸਰ ਜਾਂਦੀ ਹੈ। ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਉਦੋਂ ਉਪਜਦੀਆਂ ਹਨ ਜਦੋਂ ਉਹ ਬੇਮੁਹਾਰ ਹੋ ਕੇ ਮਨਮਰਜ਼ੀ ਕਰਨ ਲੱਗ ਪੈਂਦਾ ਹੈ। ਜਦੋਂ ਅਸੀਂ ਦੂਜਿਆਂ ਦੀ ਪਰਵਾਹ ਕਰਨੀ ਬੰਦ ਕਰ ਦਿੰਦੇ ਹਾਂ ਤਾਂ ਆਪ ਹੁਦਰੇਪਨ ਕਾਰਨ ਅਸੀਂ ਵਿਕਾਸ ਨਹੀਂ ਕਰਦੇ, ਸਗੋਂ ਨਿੱਘਰਦੇ ਹਾਂ। ਹੁਣ ਜਦੋਂ ਇਕੱਠੇ ਰਹਿਣ ਲਈ ਸਮਾਜਿਕ ਦਬਾਓ ਘਟ ਰਹੇ ਹਨ, ਹੁਣ ਪਰਿਵਾਰ ਵਿੱਚ ਰਹਿੰਦਿਆਂ ਵੀ ਹਰ ਕੋਈ ਇਕੱਲਾ ਹੈ। ਹਰ ਕੋਈ ਆਪਣੇ ਬਾਰੇ ਹੀ ਸੋਚਣ ਲੱਗ ਪਿਆ ਹੈ, ਜਦੋਂ ਕਿ ਵਿਆਹ ਅਤੇ ਪਰਿਵਾਰ ਦੂਜੇ ਦਾ ਧਿਆਨ ਰੱਖਣ ਅਤੇ ਦੂਜੇ ਬਾਰੇ ਸੋਚਣ ਨਾਲ ਸਫਲ ਹੁੰਦੇ ਹਨ। ਸਤੀ ਦੀ ਰਸਮ ਵਾਸਤਵ ਵਿੱਚ ਇਸਤਰੀ ਦਾ ਇਹ ਵਿਰਲਾਪ ਸੀ ਕਿ ਪਤੀ ਪ੍ਰਤੀ ਉਸਦੇ ਪਿਆਰ ਵਿੱਚ, ਸੇਵਾ ਵਿੱਚ, ਧਿਆਨ ਵਿੱਚ ਜ਼ਰੂਰ ਕੋਈ ਘਾਟ ਰਹਿ ਗਈ ਹੋਵੇਗੀ ਅਤੇ ਪਤੀ ਦੀ ਗੈਰ ਹਾਜ਼ਰੀ ਵਿੱਚ ਉਹ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੀ। ਪਹਿਲਾਂ ਇੱਕ ਵਿਆਹ ਹੀ ਪ੍ਰਵਾਨ ਸੀ, ਹੁਣ 2 ਵੀ ਪ੍ਰਵਾਨ ਹਨ। ਸੋ ਸਮਾਜ ਇੱਕ ਤਲਾਕ ਨੂੰ ਪ੍ਰਵਾਨ ਕਰਨ ਲੱਗ ਪਿਆ ਹੈ। ਨੇੜ ਭਵਿੱਖ ਵਿੱਚ 3 ਵਿਆਹ ਵੀ ਪ੍ਰਵਾਨ ਹੋਣ ਲੱਗ ਪੈਣਗੇ। ਇਸ ਨਾਲ ਸਮਾਜਿਕ ਟੁੱਟ ਭੱਜ ਵਧੇਗੀ, ਕਿਉਂਕਿ ਜਦੋਂ ਰਿਸ਼ਤੇ ਹੰਢਣਸਾਰ ਨਾ ਰਹਿਣ ਤਾਂ ਕੁਝ ਵੀ ਸਥਾਈ ਨਹੀਂ ਰਹਿੰਦਾ। ਟੁੱਟੇ ਘਰ ਸਬੂਤੇ ਬੰਦੇ ਪੈਦਾ ਨਹੀਂ ਕਰ ਸਕਦੇ। ਜਿਹੜੇ ਸਮਝਦੇ ਹਨ ਕਿ ਤਲਾਕ ਲੈਣ ਉਪਰੰਤ ਉਹ ਆਜ਼ਾਦ ਹੋ ਜਾਣਗੇ, ਉਹਨਾਂ ਦਾ ਭਰਮ ਜਲਦੀ ਹੀ ਟੁੱਟ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਬਨਾਵਟੀ ਅਤੇ ਖੋਖਲੇ ਜੀਵਨ ਜਿਉਣ ਦੀ ਮਜਬੂਰੀ ਆਣ ਬਣਦੀ ਹੈ। ਤਲਾਕ ਦਾ ਮਾਰਗ ਤਾਂ ਰੋਸ਼ਨ ਹੋ ਰਿਹਾ ਹੈ, ਪਰ ਪਰਿਵਾਰਕ ਰਿਸ਼ਤਿਆਂ ਵਿੱਚ ਹਨੇਰਾ ਵੱਧ ਰਿਹਾ ਹੈ। ਇਵੇਂ ਹੀ ਧਾਰਮਿਕ ਸਥਾਨਾਂ ਦੀ ਗਿਣਤੀ ਵਧਣ ਦਾ ਕਾਰਨ ਇਹ ਨਹੀਂ ਕਿ ਲੋਕਾਂ ਵਿੱਚ ਸ਼ਰਧਾ ਭਾਵਨਾ ਵੱਧ ਗਈ ਹੈ, ਸਗੋਂ ਇਹ ਹੈ ਕਿ ਲੋਕ ਵਧੇਰੇ ਝੂਠੇ, ਬੇਈਮਾਨ ਤੇ ਧੋਖੇਬਾਜ਼ ਹੋ ਗਏ ਹਨ। ਸੋ ਆਪਣੇ ਪਾਪ ਬਖਸ਼ਾਉਣ ਲਈ ਉਹਨਾਂ ਨੂੰ ਵਧੇਰੇ ਅਰਦਾਸਾਂ ਕਰਨੀਆਂ ਪੈ ਰਹੀਆਂ ਹਨ। ਜਿਉਂ-ਜਿਉਂ ਸਮਾਜ ਖੇਤੀਬਾੜੀ ਤੋਂ ਉਦਯੋਗਿਕ, ਪੇਂਡੂ ਤੋਂ ਸ਼ਹਿਰੀ, ਸਧਾਰਨ ਤੋਂ ਤੜਕ ਭੜਕ ਵਾਲਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਸਵਾਰਥੀ ਸੋਚ ਪ੍ਰਧਾਨ ਹੁੰਦੀ ਜਾਂਦੀ ਹੈ। ਹਰ ਕਿਸੇ ਵੱਲੋਂ ਕੇਵਲ ਲਾਭ ਸੋਚਿਆ ਜਾਂਦਾ ਹੈ, ਨੁਕਸਾਨ ਦੂਜਿਆਂ ਨੇ ਉਠਾਉਣਾ ਹੈ, ਸਾਨੂੰ ਲਾਭ ਹੀ ਹੋਣਾ ਚਾਹੀਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਵੱਡੀਆਂ ਸਮੱਸਿਆਵਾਂ ਬਣਦੀਆਂ ਜਾ ਰਹੀਆਂ ਹਨ। ਘਰਾਂ ਵਿੱਚ ਬਜ਼ੁਰਗ ਦੇ ਹਾਜ਼ਰ ਨਾ ਹੋਣ ਕਾਰਨ ਝਗੜੇ ਸੁਲਝਦੇ ਹੀ ਨਹੀਂ, ਕੋਈ ਸਮਝਾਉਣ ਵਾਲਾ ਹੀ ਨਹੀਂ। ਹਰ ਕੋਈ ਸੋਚ ਰਿਹਾ ਹੈ ਮੈਂ ਕਿਉਂ ਝੁਕਾਂ। ਇਸਤਰੀ ਪੁਰਸ਼ ਦੋਹਾਂ ਦਾ ਵਿਹਾਰ ਬਦਲ ਰਿਹਾ ਹੈ। ਅਜੋਕੀ ਪੜ੍ਹੀ ਲਿਖੀ ਇਸਤਰੀ ਪੁਰਸ਼ ਦੀ ਮੈਂ ਅਤੇ ਮੂਰਖਤਾ ਅਤੇ ਪੁਰਸ਼ ਇਸਤਰੀ ਦੀ ਨੀਵੀਂ ਕਾਰਗੁਜ਼ਾਰੀ ਅਤੇ ਆਪ ਹੁਦਰਾਪਨ ਇੱਕ ਹੱਦ ਤੱਕ ਹੀ ਬਰਦਾਸ਼ਤ ਕਰਦੇ ਹਨ। ਸਫ਼ਰ ਦੀ ਥਕਾਵਟ, ਕੰਮ ਦਾ ਬੋਝ, ਵੱਧਦੀਆਂ ਕੀਮਤਾਂ ਅਤੇ ਆਰਾਮ ਦੀ ਘਾਟ ਸਾਡੀ ਸਹਿਣਸ਼ੀਲਤਾ ਨੂੰ ਘਟਾਉਂਦੇ ਹਨ। ਮਜ਼ਦੂਰ ਜਮਾਤ ਵਸੀਲਿਆਂ ਦੀ ਘਾਟ ਕਾਰਨ ਦੁਖੀ ਹੈ, ਜਦੋਂ ਕਿ ਸਹਿਣਸ਼ੀਲਤਾ ਦੀ ਘਾਟ ਮੱਧ ਸ਼੍ਰੇਣੀਕ ਸ਼ਹਿਰੀ ਜੀਵਨ ਦਾ ਰੋਗ ਹੈ। ਸੋ ਇਹ ਵਰਗ ਮਾਨਸਿਕ ਪੱਖੋਂ ਸਭ ਤੋਂ ਵੱਧ ਪੀੜਿਤ ਹੈ ਅਤੇ ਦੂਜੇ ਵਰਗ ਇਸ ਵਰਗ ਦੀ ਨਕਲ ਕਰਨ ਕਰਕੇ ਦੁਖੀ ਹਨ। ਬਹੁਤਾ ਚਿਰ ਇਕੱਠੇ ਰਹਿਣ ਨਾਲ ਜੇ ਪਿਆਰ ਹੋਵੇ ਤਾਂ ਪਿਆਰ ਵੱਧਦਾ ਹੈ, ਪਰ ਜੇ ਪਿਆਰ ਨਾ ਹੋਵੇ ਅਤੇ ਮਜਬੂਰੀ ਕਾਰਨ ਇਕੱਠੇ ਰਹਿਣਾ ਪੈ ਰਿਹਾ ਹੋਵੇ ਤਾਂ ਥਕਾਵਟ, ਸਨਕੀਪਣ, ਗੁੱਸਾ ਅਤੇ ਨਫ਼ਰਤ ਵੱਧਦੀ ਹੈ। ਰਿਸ਼ਤਾ ਤਾਂ ਹੁੰਦਾ ਹੈ, ਪਰ ਕਿਸੇ ਪ੍ਰਕਾਰ ਦੀ ਤਸੱਲੀ ਨਹੀਂ ਮਿਲਦੀ। ਇਸ ਸਥਿਤੀ ਵਿੱਚੋਂ ਹੀ ਨਾਜਾਇਜ਼ ਰਿਸ਼ਤੇ ਉਸਰਦੇ ਹਨ ਅਤੇ ਜਦੋਂ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਇਹ ਕਤਲ ਅਤੇ ਆਤਮਘਾਤ ਵਿੱਚ ਪ੍ਰਗਟ ਹੁੰਦੀ ਹੈ। ਅਜਿਹੇ ਵਰਤਾਰੇ ਨਾਲ ਕਈ ਪਰਿਵਾਰ ਪਰੇਸ਼ਾਨੀ ਅਤੇ ਉਦਾਸੀ ਵਿੱਚ ਘਿਰ ਜਾਂਦੇ ਹਨ। ਅਜੋਕੇ ਜੀਵਨ ਵਿੱਚ ਉਦਾਸੀ ਦੇ ਕਾਰਨ ਨਿਰੰਤਰ ਵੱਧ ਰਹੇ ਹਨ।
ਘਰ ਅਤੇ ਪਰਿਵਾਰ ਦੇ ਅਰਥ ਬਦਲ ਰਹੇ ਹਨ। ਇਸਤਰੀਆਂ ਘਰ ਨਾਲ ਜੁੜੀਆਂ ਹੁੰਦੀਆਂ ਹਨ। ਕੰਮਕਾਜੀ ਇਸਤਰੀਆਂ ਦੀ ਵੀ ਪਹਿਲੀ ਵਫ਼ਾਦਾਰੀ ਘਰ ਨਾਲ ਹੀ ਹੁੰਦੀ ਹੈ। ਪੁਰਸ਼ ਕੁਝ ਵੀ ਕਰੇ, ਉਹ ਅਕਸਰ ਕੰਮ ਵਾਲੀ ਥਾਂ ਨਾਲ ਜੁੜਿਆ ਹੁੰਦਾ ਹੈ। ਅਸਫਲ ਪੁਰਸ਼ ਜਾਂ ਸੇਵਾ ਮੁਕਤ ਵਿਅਕਤੀ ਹੀ ਬਹੁਤਾ ਸਮਾਂ ਘਰ ਗੁਜ਼ਾਰਦੇ ਹਨ। ਪਰੇਸ਼ਾਨ ਪੁਰਸ਼ ਘਰ ਰਹਿਣਾ ਪਸੰਦ ਕਰਦੇ ਹਨ ਅਤੇ ਬਹੁਤਾ ਚਿਰ ਘਰ ਰਹਿਣ ਕਰਕੇ ਘਰ ਰਹਿਣ ਵਾਲਿਆਂ ਨੂੰ ਪਰੇਸ਼ਾਨ ਕਰਦੇ ਹਨ। ਕੰਮਕਾਜੀ ਥਾਵਾਂ ਤੇ ਪੁਰਸ਼ਾਂ ਦਾ ਵਿਹਾਰ ਅਕਸਰ ਵਿਰੋਧਾਭਾਸੀ ਹੁੰਦਾ ਹੈ। ਉਹ ਆਪਣੇ ਸਾਥੀਆਂ ਨਾਲੋਂ ਅੱਗੇ ਵੀ ਲੰਘਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਸਾਥ ਵੀ ਮਾਣਨਾ ਚਾਹੁੰਦੇ ਹਨ। ਸੋ ਇੱਕੇ ਵੇਲੇ ਮੁਕਾਬਲੇ ਅਤੇ ਸਹਿਯੋਗ ਦੀ ਸਥਿਤੀ ਵਿੱਚ ਵਿਚਰਨ ਕਾਰਨ ਉਹ ਤਣਾਅ ਵਿੱਚ ਰਹਿੰਦੇ ਹਨ ਅਤੇ ਜੀਵਨ ਬੋਝ ਬਣ ਜਾਂਦਾ ਹੈ। ਜੀਵਨ ਦਾ ਭਾਵ ਸਾਡਾ ਆਲੇ ਦੁਆਲੇ ਦੇ ਸੰਬੰਧਾਂ ਤੋਂ ਹੁੰਦਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦਾ ਭਾਗ ਹੀ ਸਮਝਦੇ ਹਾਂ ਅਤੇ ਜਿਨ੍ਹਾਂ ਨਾਲ ਸਾਡੇ ਸੰਬੰਧ ਹੁੰਦੇ ਹਨ ਉਹਨਾਂ ਦੇ ਸੰਦਰਭ ਵਿੱਚ ਹੀ ਸਾਡਾ ਮਾਣ ਅਪਮਾਨ ਹੁੰਦਾ ਹੈ। ਇਹਨਾਂ ਸੰਬੰਧਾਂ ਦੇ ਸੁਖਾਵੇਂ ਜਾਂ ਅਣਸੁਖਾਵੇਂ ਹੋਣ ਕਾਰਨ ਅਸੀਂ ਪ੍ਰਸੰਨ ਜਾਂ ਉਦਾਸ ਹੁੰਦੇ ਰਹਿੰਦੇ ਹਾਂ। ਉਦਾਸ ਹੋਣ ਤੋਂ ਪਹਿਲਾਂ ਸਾਨੂੰ ਕਈ ਅਣਸੁਖਾਵੇਂ ਅਨੁਭਵਾਂ ਦੇ ਅਨੇਕਾਂ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਜਿਹੜਾ ਇੱਕਦਮ ਚੜ੍ਹੇ ਅਤੇ ਇੱਕਦਮ ਉਤਰ ਜਾਵੇ ਅਤੇ ਪਛਤਾਵਾ ਵੀ ਹੋਵੇ, ਉਸ ਨੂੰ ਗੁੱਸਾ ਕਹਿੰਦੇ ਹਨ। ਜਦੋਂ ਸਾਡਾ ਆਲੇ ਦੁਆਲੇ ਉੱਤੇ ਕਾਬੂ ਨਾ ਰਹੇ ਤਾਂ ਇਸ ਸਥਿਤੀ ਨੂੰ ਮਾਯੂਸੀ ਕਹਿੰਦੇ ਹਨ। ਜਦੋਂ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕੰਮ ਠੀਕ ਨਾ ਹੋਵੇ ਤਾਂ ਅਜਿਹੀ ਹਾਲਤ ਪਰੇਸ਼ਾਨੀ ਕਹਾਉਂਦੀ ਹੈ। ਜਦੋਂ ਸਾਡੀ ਕੋਈ ਪਾਲੀ ਪੋਸੀ ਆਸ ਪੂਰੀ ਨਾ ਹੋਵੇ ਤਾਂ ਸਾਨੂੰ ਹਾਰ ਜਾਂ ਅਸਫਲਤਾ ਦਾ ਅਹਿਸਾਸ ਹੁੰਦਾ ਹੈ। ਜਿਹੜੇ ਗਿਲੇ ਸ਼ਿਕਵਿਆਂ ਦਾ ਇਤਿਹਾਸ ਨਾ ਹੋਵੇ ਅਤੇ ਜਿਹੜੇ ਲੰਮਾ ਅਰਸਾ ਰਹਿਣ, ਉਹ ਉਦਾਸੀ ਸਿਰਜਦੇ ਹਨ। ਕਈਆਂ ਵਿੱਚ ਗੁੱਸੇ ਹੋਣ ਦੀ ਹਿੰਮਤ ਨਹੀਂ ਹੁੰਦੀ, ਸੋ ਉਹ ਰੁੱਸ ਜਾਂਦੇ ਹਨ। ਜੇ ਕੋਈ ਵੀ ਸਥਿਤੀ 2 ਹਫ਼ਤਿਆਂ ਤੋਂ ਵਧੇਰੇ ਰਹੇ ਤਾਂ ਸਮਝੋ ਸਮੱਸਿਆ ਗੰਭੀਰ ਹੈ। ਜੇ ਮਾਯੂਸੀ ਅਤੇ ਉਦਾਸੀ ਸੰਘਣੀ ਹੋ ਜਾਵੇ ਤਾਂ ਇਹਨਾਂ ਵਿੱਚੋਂ ਆਤਮਘਾਤ ਦੀ ਇੱਛਾ ਉਪਜਦੀ ਹੈ। ਉਦਾਸੀ ਇਕੱਲਤਾ ਦਾ ਰੋਗ ਹੈ। ਇਸ ਸੰਸਾਰ ਵਿੱਚ ਅਸੀਂ ਸਾਰੇ ਬਿਲਕੁਲ ਇਕੱਲੇ ਹਾਂ। ਕੋਈ ਵੀ ਹੋਰ ਸਾਡੇ ਵਰਗਾ ਨਹੀਂ, ਪਰ ਫਿਰ ਵੀ ਅਸੀਂ ਆਪਣੇ ਵਰਗਿਆਂ ਨੂੰ ਲੱਭਦੇ ਰਹਿੰਦੇ ਹਾਂ, ਪਰ ਸਫਲ ਨਹੀਂ ਹੁੰਦੇ। ਇਕੱਲੇ ਹੋਣ ਕਰਕੇ ਹਰ ਕੋਈ ਅਸੁਰੱਖਿਅਤ ਹੈ ਅਤੇ ਦੂਜਿਆਂ ਵਿੱਚ ਨੁਕਸ ਕੱਢ ਕੇ ਹਰ ਕੋਈ ਆਪਣੇ ਚੰਗੇ ਹੋਣ ਦਾ ਭਰਮ ਸਿਰਜਦਾ ਹੈ। ਅਜਿਹਾ ਕਰਦੇ ਤਾਂ ਅਸੀਂ ਪ੍ਰਸੰਨ ਹੋਣ ਵਾਸਤੇ ਹਾਂ, ਪਰ ਅੰਦਰੋਂ ਅਸੀਂ ਹੋਰ ਉਦਾਸ ਹੀ ਹੁੰਦੇ ਹਾਂ। ਦੂਜਿਆਂ ਦੀ ਬੁਰਾਈ ਕਰਨੀ ਸੌਖੀ ਹੁੰਦੀ ਹੈ। ਪਹਾੜ ਤੋਂ ਥੱਲੇ ਉਤਰਨ ਵਾਂਗ ਮਨ ਵੀ ਸਾਥ ਦਿੰਦਾ ਹੈ, ਕਿਉਂਕਿ ਮਨ ਦੂਜਿਆਂ ਦੀ ਬੁਰਾਈ ਨੂੰ ਮਾਣਦਾ ਹੈ। ਪ੍ਰਸੰਨਤਾ ਕਰਨੀ ਔਖੀ ਹੁੰਦੀ ਹੈ ਜਦੋਂ ਜਹਿਦ ਕਰਨ ਵਾਂਗ ਮਨ ਵਿਰੋਧ ਕਰਦਾ ਹੈ। ਪਰ ਜੇ ਬੁਰਾਈ ਹੀ ਲੱਭੋਗੇ, ਨੁਕਸ ਕੱਢੋਗੇ, ਕਿਸੇ ਨੂੰ ਨਿਰੰਤਰ ਭੰਡੋਗੇ ਤਾਂ ਤੁਹਾਡੀ ਸੋਚ ਦੀ ਪੱਧਰ ਨੀਵੀਂ ਹੁੰਦੀ ਜਾਵੇਗੀ। ਨੀਵੀਂ ਸੋਚ ਕੇਵਲ ਬੁਰਾਈ ਹੀ ਵੇਖਦੀ ਹੈ। ਬੁਰਾਈ ਵੇਖਣ ਦੀ ਆਦਤ ਥਕਾਉਂਦੀ ਤਾਂ ਹੈ ਹੀ, ਉਦਾਸ ਵੀ ਕਰਦੀ ਹੈ। ਜੇ ਚੰਗਿਆਈ ਵੇਖੋਗੇ, ਪ੍ਰਸ਼ੰਸਾ ਭਾਵੇਂ ਨਾ ਕਰੋ, ਪਰ ਜੇ ਪ੍ਰਵਾਨ ਕਰੋਗੇ ਤਾਂ ਸੋਚ ਦੀ ਪੱਧਰ ਉੱਚੀ ਹੋਵੇਗੀ, ਸ਼ਕਤੀ ਵਧੇਗੀ। ਉੱਚੀ ਸੋਚ ਨਾਲ ਕੇਵਲ ਚੰਗਿਆਈ ਹੀ ਵੇਖੀ ਜਾ ਸਕਦੀ ਹੈ। ਸੰਤ ਉਹ ਹੁੰਦਾ ਹੈ ਜੋ ਬੁਰਾਈ ਵੇਖਣੀ ਤਿਆਗ ਦੇਵੇ। ਮਹਾਂਪੁਰਸ਼ ਉਹ ਹੁੰਦਾ ਹੈ ਜੋ ਕੇਵਲ ਚੰਗਿਆਈ ਹੀ ਵੇਖੇ। ਕਹਿੰਦੇ ਹਨ, ਚੋਣ ਕਰਨ ਵੇਲੇ ਚੰਗੇ ਜਾਂ ਮਾੜੇ ਵੱਲ ਧਿਆਨ ਦੇਣ ਦੀ ਥਾਂ ਉਹ ਚੁਣੋ ਜੋ ਠੀਕ ਹੈ। ਠੀਕ ਚੰਗਾ ਵੀ ਹੁੰਦਾ ਹੈ। ਠੀਕ ਜਾਂ ਸਹੀ ਦੀ ਚੋਣ ਕਰਦੇ ਕਰਦੇ ਸਹੀ ਦੀ ਚੋਣ ਕਰਨ ਦੀ ਆਦਤ ਪੈ ਜਾਵੇਗੀ। ਫਿਰ ਚੋਣ ਕਰਨ ਵੇਲੇ ਸੰਸਾ ਨਹੀਂ ਹੋਵੇਗਾ। ਜੋ ਚੁਣੋਗੇ ਉਹ ਠੀਕ ਅਤੇ ਸਹੀ ਹੋਵੇਗਾ।
ਯੋਗ ਅਭਿਆਸ ਦਾ ਸੰਦੇਸ਼ ਹੈ ਕਿ ਚੁੱਪ ਅਤੇ ਸ਼ਾਂਤ ਮਨ ਤੋਂ ਬਿਨਾਂ ਨਾ ਹੀ ਚੰਗਿਆਈ ਵਿਖਾਈ ਦਿੰਦੀ ਹੈ, ਨਾ ਹੀ ਸਹੀ ਚੋਣ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਦਾਸੀ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇੱਛਾਵਾਂ ਅਤੇ ਚਿੰਤਾਵਾਂ ਦੇ ਵਧਣ ਕਾਰਨ ਪੇਂਡੂ ਅਤੇ ਸ਼ਹਿਰੀ ਦੋਵੇਂ ਪ੍ਰਕਾਰ ਦੀ ਜੀਵਨ ਜਾਚ ਵਿੱਚ ਉਦਾਸੀ ਦੇ ਕਾਰਨ ਵੱਧ ਰਹੇ ਹਨ। ਅਜੋਕੇ ਯੁੱਗ ਵਿੱਚ ਹਰ ਕਿਸੇ ਦੀ ਬੇਇੱਜ਼ਤੀ ਹੋ ਰਹੀ ਹੈ। ਮੇਰੇ ਇੱਕ ਅਧਿਆਪਕ ਕਿਹਾ ਕਰਦੇ ਸਨ ਕਿ ਸੁਖਾਲਾ ਜੀਵਨ ਜਿਉਣ ਲਈ ਥੋੜ੍ਹੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਲਵੋ, ਕਿਉਂਕਿ ਬੇਇੱਜ਼ਤੀ ਤਾਂ ਹੋਣੀ ਹੀ ਹੈ। ਉਹ ਕਿਹਾ ਕਰਦੇ ਸਨ ਕਿ ਸਧਾਰਨ ਰੂਪ ਵਿੱਚ ਜਦੋਂ ਕਿਸੇ ਦੇ ਸਵੈ-ਮਾਣ ਨੂੰ ਸੱਟ ਲੱਗਦੀ ਹੈ ਤਾਂ ਉਹ ਮੋੜਵੀਂ ਸੱਟ ਮਾਰੇਗਾ। ਉੱਪਰਲਿਆਂ ਅਤੇ ਨੀਵਿਆਂ ਵਿੱਚ ਜਦੋਂ ਝਗੜਾ ਹੁੰਦਾ ਹੈ ਤਾਂ ਉੱਪਰਲਿਆਂ ਦੀ ਬੇਇੱਜ਼ਤੀ ਹੁੰਦੀ ਹੈ ਅਤੇ ਨਿਚਲਿਆਂ ਨੂੰ ਸਜ਼ਾ ਮਿਲਦੀ ਹੈ। ਉਹ ਇਹ ਵੀ ਕਹਿੰਦੇ ਸਨ ਕਿ ਲੜਨ ਝਗੜਨ ਵੇਲੇ ਆਪਣੇ ਪੱਧਰ ਦਾ ਹਮੇਸ਼ਾ ਧਿਆਨ ਰੱਖੋ। ਉੱਪਰਲਿਆਂ ਨਾਲ ਨਾ ਲੜੋ, ਕਿਉਂਕਿ ਨੀਵੇਂ ਹੋਣ ਕਾਰਨ ਤੁਹਾਨੂੰ ਹੀ ਸਜ਼ਾ ਮਿਲੇਗੀ। ਨਿਚਲਿਆਂ ਨਾਲ ਨਾ ਲੜੋ, ਕਿਉਂਕਿ ਉਹਨਾਂ ਦੇ ਹੱਥੋਂ ਅਪਮਾਨ ਹੀ ਹੋਵੇਗਾ। ਸੋ ਲੜਨ ਵੇਲੇ ਆਪਣੀ ਪੱਧਰ ਦਾ ਹਮੇਸ਼ਾ ਧਿਆਨ ਰੱਖੋ। ਇੱਕ ਵਾਰੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਗੁੱਸੇ ਵਿੱਚ ਆ ਕੇ ਹੋਸਟਲ ਦਾ ਬਹਿਰਾ ਕੁੱਟ ਦਿੱਤਾ ਅਤੇ ਹੜਤਾਲ ਕਰ ਦਿੱਤੀ ਕਿ ਬਹਿਰੇ ਨੂੰ ਬਰਖਾਸਤ ਕੀਤਾ ਜਾਵੇ। ਜਾਂਚ ਪੜਤਾਲ ਵਾਲੀ ਕਮੇਟੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ, ਇਹ ਕਰਕੇ ਤੁਸੀਂ ਕੀ ਲੱਗੋਗੇ? ਕਾਨੂੰਨ ਦੇ ਵਿਦਿਆਰਥੀ ਸਨ, ਕਹਿਣ ਲੱਗੇ ਅਸੀਂ ਜੱਜ ਲੱਗਾਂਗੇ। ਕਮੇਟੀ ਨੇ ਕਿਹਾ, ਤੁਸੀਂ ਜੱਜ ਕਿਵੇਂ ਲੱਗੋਗੇ? ਤੁਹਾਡੀ ਪੱਧਰ ਤਾਂ ਬਹਿਰਿਆਂ ਨਾਲ ਲੜਨ ਵਾਲੀ ਹੈ। ਜੀਵਨ ਵਿੱਚ ਬਹੁਤ ਅਰਸੇ ਮਗਰੋਂ ਅਤੇ ਅਨੇਕਾਂ ਸਬਕ ਸਿੱਖਣ ਉਪਰੰਤ ਪਤਾ ਲੱਗਦਾ ਹੈ ਕਿ ਬਹੁਤ ਲੋਕ ਚੰਗੇ ਹੁੰਦੇ ਹਨ, ਪਰ ਕੁਝ ਕਦੀ-ਕਦੀ ਮਾੜਾ ਵਿਹਾਰ ਵੀ ਕਰਦੇ ਹਨ। ਬਹੁਤੇ ਲੋਕ ਮਿਹਰਬਾਨ ਹੁੰਦੇ ਹਨ, ਪਰ ਕਦੀ-ਕਦੀ ਕੋਈ ਕਮੀਨਾਪਨ ਵੀ ਵਿਖਾਉਂਦਾ ਹੈ। ਲਗਭਗ ਸਾਰੇ ਲੋਕ ਵੱਡੇ ਦਿਲ ਵਾਲੇ ਹੁੰਦੇ ਹਨ, ਪਰ ਕਦੀ-ਕਦੀ ਕੁਝ ਦਿਲ ਬੜਾ ਹੀ ਛੋਟਾ ਕਰ ਲੈਂਦੇ ਹਨ। ਬਹੁਤੇ ਲੋਕ ਮੈਨੂੰ ਪਸੰਦ ਕਰਦੇ ਹਨ, ਪਰ ਕੁਝ ਮੈਨੂੰ ਨਫ਼ਰਤ ਵੀ ਕਰਦੇ ਹਨ। ਬਹੁਤੇ ਲੋਕ ਪਰੇਸ਼ਾਨੀਆਂ ਦੇ ਬਾਵਜੂਦ ਜੀਵਨ ਨਾਲ ਇਕਸੁਰ ਹੁੰਦੇ ਹਨ, ਪਰ ਕਈ ਬੜੇ ਉਦਾਸ ਵੀ ਹੁੰਦੇ ਹਨ। ਬਹੁਤੇ ਲੋਕ ਝਗੜੇ ਉਪਜਾਉਂਦੇ ਹਨ, ਪਰ ਕੁਝ ਸਮੱਸਿਆਵਾਂ ਸੁਲਝਾਉਂਦੇ ਵੀ ਹਨ। ਬਹੁਤੇ ਲੋਕ ਆਪਣੇ ਮਾਪਿਆਂ ਦੀ ਚਿੰਤਾ ਹੁੰਦੇ ਹਨ, ਪਰ ਕੁਝ ਆਪਣੇ ਮਾਪਿਆਂ ਦੀ ਪ੍ਰਸੰਨਤਾ ਵੀ ਹੁੰਦੇ ਹਨ। ਨਿਰਸੰਦੇਹ ਉਦਾਸ ਹੋਣਾ ਕਿਸੇ ਦੀ ਚੋਣ ਜਾਂ ਮਰਜ਼ੀ ਨਹੀਂ ਹੁੰਦੀ, ਪਰ ਫਿਰ ਵੀ ਹਰ ਕੋਈ ਕਦੀ ਨਾ ਕਦੀ ਉਦਾਸ ਹੁੰਦਾ ਹੈ। ਕਾਰਨ ਇਹ ਹੈ ਕਿ ਅਸੀਂ ਜਿਉਣਾ ਤਰਕ ਨਾਲ ਚਾਹੁੰਦੇ ਹਾਂ, ਪਰ ਜਿਉਂਦੇ ਭਾਵਨਾਵਾਂ ਨਾਲ ਹਾਂ। ਸਾਡੇ ਬਹੁਤੇ ਨਿਰਣੇ ਭਾਵਨਾਵਾਂ ਕਾਰਨ ਤਰਕ ਉੱਤੇ ਪੂਰੇ ਨਹੀਂ ਉਤਰਦੇ ਅਤੇ ਉਦਾਸੀ ਸਿਰਜਦੇ ਹਨ। ਇੱਕ ਵਾਰੀ ਇੱਕ ਇਸਤਰੀ ਨੇ ਲੜਕੇ ਅਤੇ ਲੜਕੀ ਦੇ ਜੁੜੇ ਸਰੀਰ ਨੂੰ ਜਨਮ ਦਿੱਤਾ। ਆਪਰੇਸ਼ਨ ਨਾਲ ਬੱਚੇ ਵੱਖ ਕੀਤੇ ਜਾਣੇ ਸਨ। ਜੁੜੇ ਸਰੀਰ ਦੀਆਂ ਕੁੱਲ 3 ਲੱਤਾਂ ਸਨ। ਰਿਸ਼ਤੇਦਾਰਾਂ ਦੇ ਦਬਾਅ ਕਾਰਨ ਮਾਪਿਆਂ ਨੇ ਡਾਕਟਰ ਨੂੰ ਕਿਹਾ ਕਿ ਲੜਕੇ ਨੂੰ 2 ਲੱਤਾਂ ਦਿਓ। ਡਾਕਟਰ ਨੇ ਸਮਝਾਇਆ ਕਿ ਲੜਕੇ ਦੇ ਸਰੀਰ ਵਿੱਚੋਂ ਕੇਵਲ 1 ਲੱਤ ਨੂੰ ਖੂਨ ਜਾਂਦਾ ਹੈ, ਸੋ 2 ਲੱਤਾਂ ਲੜਕੀ ਨੂੰ ਮਿਲਣੀਆਂ ਚਾਹੀਦੀਆਂ ਹਨ। ਪਰ ਮਾਪੇ ਲੜਕੇ ਨੂੰ 2 ਲੱਤਾਂ ਦੇਣ ਲਈ ਜ਼ੋਰ ਪਾਉਂਦੇ ਰਹੇ। ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। 2 ਲੱਤਾਂ ਵਾਲਾ ਲੜਕਾ ਮਰ ਗਿਆ, 1 ਲੱਤ ਵਾਲੀ ਲੜਕੀ ਜਿਉਂਦੀ ਰਹੀ। ਹੁਣ ਮਾਪੇ ਜਦੋਂ ਵੀ ਧੀ ਨੂੰ ਵੇਖਦੇ ਹਨ ਤਾਂ ਆਪਣੇ ਕੀਤੇ ਗਲਤ ਨਿਰਣੇ ਕਾਰਨ ਉਦਾਸੀ ਵਿੱਚ ਡੁੱਬ ਜਾਂਦੇ ਹਨ। ਉਦਾਸੀ ਨੂੰ ਤਰਕ ਨਾਲ ਨਹੀਂ ਸਮਝਿਆ ਜਾ ਸਕਦਾ। ਇਹ ਮਨ ਦਾ ਰੋਗ ਹੈ। ਇਸ ਦਾ ਸੰਬੰਧ ਸਾਡੀਆਂ ਭਾਵਨਾਵਾਂ ਨਾਲ ਹੈ। ਰਾਤੀਂ ਭੈੜੇ-ਭੈੜੇ ਸੁਪਨੇ ਵੇਖਣ ਉਪਰੰਤ ਉਦਾਸ ਵਿਅਕਤੀ
ਜਦੋਂ ਸਵੇਰੇ ਅਖਬਾਰ ਪੜ੍ਹਦਾ ਹੈ ਤਾਂ ਹੋਰ ਉਦਾਸ ਹੋ ਜਾਂਦਾ ਹੈ। ਉਦਾਸ ਹੋਣ ਦੀ ਸਥਿਤੀ ਵਿੱਚ ਉਹ ਕੁਝ ਪੜ੍ਹਨਾ ਚਾਹੀਦਾ ਹੈ ਜਿਸ ਦੇ ਅਰਥ ਸਦੀਵੀ ਹੋਣ। ਸਾਰੇ ਪ੍ਰਸਿੱਧ ਗੀਤ ਉਦਾਸੀ ਦੇ ਗੀਤ ਹੁੰਦੇ ਹਨ। ਸਾਰੀਆਂ ਡੂੰਘੀਆਂ ਗੱਲਾਂ ਉਦਾਸੀ ਵਿੱਚੋਂ ਉਪਜਦੀਆਂ ਹਨ। ਸਾਰੀਆਂ ਮਹਾਨ ਪੁਸਤਕਾਂ ਗੰਭੀਰ ਅਨੁਭਵ ਦੀ ਦੇਣ ਹਨ। ਕਲਾ ਕਿਰਤਾਂ ਵਿੱਚ ਪ੍ਰਗਟ ਹੋਈ ਵਡੇਰੀ ਉਦਾਸੀ ਦੇ ਸੰਦਰਭ ਵਿੱਚ ਸਾਡੀ ਆਪਣੀ ਉਦਾਸੀ ਘਟ ਜਾਂਦੀ ਹੈ। ਉਦਾਸੀ ਕਾਰਨ ਵਿਹਾਰਿਕ ਪੱਖ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜੇ ਤੁਸੀਂ ਉਦਾਸ ਹੋ ਅਤੇ ਆਪਣੇ ਕੋਲ ਪੈਸੇ ਨਹੀਂ ਤਾਂ ਕਿਸੇ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੀਦਾ। ਉਹ ਸਮਝਣਗੇ ਪੈਸੇ ਮੰਗਣ ਆਇਆ ਹੈ। ਉਹਨਾਂ ਦਾ ਵਿਹਾਰ ਤੁਹਾਨੂੰ ਹੋਰ ਉਦਾਸ ਕਰੇਗਾ। ਉਦਾਸੀ ਦੀ ਹਾਲਤ ਵਿੱਚ ਸਾਂਝੀਆਂ ਖੁੱਲ੍ਹੀਆਂ ਥਾਵਾਂ 'ਤੇ ਜਾਣ ਨਾਲ ਮਨ ਟਿਕ ਜਾਂਦਾ ਹੈ ਅਤੇ ਵਗਦੇ ਸਾਫ਼ ਪਾਣੀ ਦੇ ਕਿਨਾਰੇ ਬਹਿ ਕੇ ਮਨ ਸ਼ਾਂਤ ਹੋ ਜਾਂਦਾ ਹੈ। ਜੇ ਰੋਣ ਨੂੰ ਮਨ ਕਰਦਾ ਹੈ ਤਾਂ ਰੋਵੋ। ਇਕਾਂਤ ਵਿੱਚ ਬਹਿ ਕੇ ਰੋਣ ਨਾਲ ਮਨ ਹਲਕਾ ਹੋਵੇਗਾ। ਅੱਖੀਆਂ ਦੇ ਸੁੱਕੇ ਖਾਲ ਭਰ ਕੇ ਵਗਣ ਦਿਓ। ਪ੍ਰਤੀਤ ਹੋਵੇਗਾ ਦਿਲ ਇਸ਼ਨਾਨ ਕਰ ਰਿਹਾ ਹੈ। ਰੋ ਸਕਣ ਦੀ ਸਮਰੱਥਾ ਅਤੇ ਯੋਗਤਾ ਕਾਰਨ ਹੀ ਇਸਤਰੀਆਂ ਬੜੇ ਵੱਡੇ ਘਾਟੇ ਸਹਿਜੇ ਹੀ ਬਰਦਾਸ਼ਤ ਕਰ ਲੈਂਦੀਆਂ ਹਨ। ਜੇ ਕਿਸੇ ਵਿਛੜੇ ਨਾਲ ਗੱਲਾਂ ਕਰਨ ਨੂੰ ਮਨ ਕਰਦਾ ਹੋਵੇ ਤਾਂ ਇਕਾਂਤ ਵਿੱਚ ਬਹਿ ਕੇ ਕਰੋ। ਵਿਛੜੇ ਹੋਏ ਤੋਂ ਹੌਸਲਾ ਅਤੇ ਦਿਲਾਸਾ ਮਿਲੇਗਾ। ਰੋਣ ਨਾਲ ਸਾਡਾ ਦਿਲ ਨਿਰਮਲ, ਮਨ ਕੋਮਲ ਅਤੇ ਸਾਡੀ ਬਿਰਤੀ ਸਵੱਛ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਰੋਣ ਨਾਲ ਮਨ ਤੋਂ ਬੋਝ ਉਤਰ ਜਾਂਦਾ ਹੈ ਅਤੇ ਸਾਨੂੰ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ ਅਤੇ ਜ਼ਿੰਦਗੀ ਦੇ ਉਹ ਰੰਗ ਵੀ ਦਿਖਾਈ ਦੇਣ ਲੱਗ ਪੈਂਦੇ ਹਨ ਜਿਹੜੇ ਅਸੀਂ ਪਹਿਲਾਂ ਵੇਖੇ ਨਹੀਂ ਹੁੰਦੇ। ਸੋਗ ਸਮੇਂ ਜਿਹੜੇ ਲੋਕ ਸਾਡੇ ਨਾਲ ਦੁੱਖ ਵੰਡਾਉਣ ਆਉਂਦੇ ਹਨ ਉਹ ਜ਼ਿੰਦਗੀ ਦੀ ਰੌਣਕ ਅਤੇ ਜ਼ਿੰਦਗੀ ਦੇ ਸੁਭਾਵਿਕ ਪ੍ਰਵਾਹ ਵਿੱਚੋਂ ਆਏ ਹੁੰਦੇ ਹਨ। ਉਹ ਆਪਣੀ ਥੋੜ੍ਹੀ ਜਿਹੀ ਰੌਣਕ ਦੇ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸਾਡੀ ਉਦਾਸੀ ਲੈ ਜਾਂਦੇ ਹਨ। ਨਿਰਸੰਦੇਹ ਸਫੈਦੀ ਦਾ ਰੰਗ ਪੀਲਾ ਪੈ ਜਾਂਦਾ ਹੈ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਹਾਰ ਸਦਾ ਨਹੀਂ ਰਹਿੰਦੀ। ਪਤਝੜ ਆਉਂਦੀ ਹੈ ਅਤੇ ਇਵੇਂ ਲੱਗਦਾ ਹੈ ਜਿਵੇਂ ਇੱਕ ਹੀ ਮੌਸਮ ਹੋਵੇ ਉਦਾਸੀ ਦਾ, ਪਰ ਇਵੇਂ ਨਹੀਂ ਹੁੰਦਾ। ਲੰਮੀ ਉਦਾਸੀ ਨਾਲ ਅਕਸਰ ਜੀਵਨ ਵਿੱਚ ਦਿਲਚਸਪੀ ਘਟਦੀ ਹੈ। ਨੱਚਣ ਗਾਉਣ ਨਾਲ ਚਿੜ ਹੋ ਜਾਂਦੀ ਹੈ। ਥਕਾਵਟ ਜਕੜ ਲੈਂਦੀ ਹੈ। ਨੀਂਦ ਵਿੱਚ ਵਿਘਨ ਪੈਂਦਾ ਹੈ। ਭੁੱਖ ਨਹੀਂ ਲੱਗਦੀ। ਦਿਲ ਡੁੱਬਦਾ ਹੈ। ਸਰੀਰ ਦਰਦ ਕਰਦਾ ਹੈ। ਸਭ ਪਾਸੇ ਤੋਂ ਘਿਰ ਜਾਣ ਦਾ ਅਹਿਸਾਸ ਹੁੰਦਾ ਹੈ ਅਤੇ ਮੁਸੀਬਤਾਂ ਉੱਪਰੋਂ ਥੱਲੇ ਵਧਣ ਲੱਗ ਪੈਂਦੀਆਂ ਹਨ। ਇੱਕ ਵਾਰੀ ਇੱਕ ਵਿਧਵਾ ਇਸਤਰੀ ਦੀ ਮਾਂ ਮਰ ਗਈ। ਇਕਲੌਤੀ ਧੀ ਉੱਤੇ ਤਲਾਕ ਦਾ ਮੁਕੱਦਮਾ ਸ਼ੁਰੂ ਹੋ ਗਿਆ। ਮਾਲਕ ਮਕਾਨ ਵੱਲੋਂ ਮਕਾਨ ਖਾਲੀ ਕਰਨ ਦਾ ਨੋਟਿਸ ਮਿਲ ਗਿਆ। ਵੇਲੇ ਪੁੱਤਰ ਨੇ ਪ੍ਰੇਮ ਵਿਆਹ ਕਰਵਾ ਲਿਆ। ਜਿਹੜੀ ਸਹੇਲੀ ਦੁੱਖ ਸੁੱਖ ਵੇਲੇ ਬੋੜਦੀ ਸੀ ਉਹ ਅਮਰੀਕਾ ਚਲੀ ਗਈ। ਅਜੋਕੇ ਜੀਵਨ ਵਿੱਚ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਮੇਰੇ ਇੱਕ ਮਿੱਤਰ ਹਨ। ਜਦੋਂ ਉਹਨਾਂ ਕੋਲ ਸਾਧਨ ਸਨ ਤਾਂ ਉਹ ਨਿੱਤ ਦਿਨ ਪਰਿਵਾਰ ਸਹਿਤ ਮਹਿੰਗੇ ਸੈਰ ਸਪਾਟੇ 'ਤੇ ਨਿਕਲਦੇ ਸਨ। ਹੁਣ ਜਦੋਂ ਵਸੀਲੇ ਨਹੀਂ ਰਹੇ ਉਹ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਪਤਨੀ ਕਹਿੰਦੀ ਹੈ ਕੋਈ ਰਿਸ਼ਤੇਦਾਰ ਮਦਦ ਹੀ ਨਹੀਂ ਕਰਦਾ। ਉਦਾਸੀ ਵੇਲੇ ਦੂਜਿਆਂ ਪ੍ਰਤੀ ਕੀਤੇ ਅਹਿਸਾਨ ਜਤਲਾਉਣ ਨਾਲ ਜਾਂ ਲੋਕਾਂ ਨੂੰ ਕਿਰਤ ਘਣ ਸਾਬਤ ਕਰਨ ਨਾਲ ਸਥਿਤੀ ਨਹੀਂ ਬਦਲਦੀ। ਆਪਣੀ ਉਦਾਸੀ ਦਾ ਆਪਣੀਆਂ ਮੁਸੀਬਤਾਂ ਵਾਂਗ ਆਪਣਾ ਬੋਝ ਹਰ ਕਿਸੇ ਨੇ ਆਪ ਹੀ ਚੁੱਕਣਾ ਹੁੰਦਾ ਹੈ। ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਉਹ ਵਿਚਾਰ ਅਤੇ ਡਰ ਵੀ ਸਾਨੂੰ ਗ੍ਰਿਫਤਾਰ ਕਰ ਲੈਂਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਹੁੰਦਾ ਹੈ ਕਿ ਅਸੀਂ ਉਹ ਫਤਿਹ ਕਰ ਲਏ ਹਨ। ਮਨੁੱਖ ਦੀ ਸੰਸਾਰਿਕ, ਸਮਾਜਿਕ ਅਤੇ ਆਰਥਿਕ ਪ੍ਰਸੰਨਤਾ ਵੱਲ ਕਿਸੇ ਧਰਮ ਨੇ ਧਿਆਨ ਨਹੀਂ ਦਿੱਤਾ।
ਜੇ ਕਿਸੇ ਧਰਮ ਨੇ ਆਰਥਿਕਤਾ ਦੇ ਪੱਖੋਂ ਕੁਝ ਕੀਤਾ ਹੈ ਤਾਂ ਉਤਨਾ ਕੁ ਹੀ ਜਿਤਨੇ ਨਾਲ ਉਹ ਧਰਮ ਦੀਆਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਬਹੁਤੇ ਲੋਕ ਉਦਾਸੀ ਵੇਲੇ ਕੰਮਕਾਜ ਛੱਡ ਕੇ ਅਤੇ ਕਈ ਛੁੱਟੀ ਲੈ ਕੇ ਬਹਿ ਜਾਂਦੇ ਹਨ। ਇਵੇਂ ਕਰਨ ਨਾਲ ਉਦਾਸੀ ਵੱਧਦੀ ਹੈ। ਉਦਾਸੀ ਵੇਲੇ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਕਿ ਨਾ ਕੋਈ ਮੇਰੇ ਨਾਲ ਉੱਚਾ ਹੈ ਨਾ ਹੀ ਨੀਵਾਂ। ਮੈਂ ਵੀ ਹੋਰਾਂ ਵਾਂਗ ਇੱਕ ਸਧਾਰਨ ਵਿਅਕਤੀ ਹਾਂ ਅਤੇ ਜੋ ਕੁਝ ਵੀ ਵਾਪਰਿਆ ਹੈ ਪਹਿਲੀ ਵਾਰ ਨਹੀਂ ਵਾਪਰਿਆ, ਲੱਖਾਂ ਨਾਲ ਵਾਪਰ ਚੁੱਕਿਆ ਹੈ, ਕਰੋੜਾਂ ਨਾਲ ਵਾਪਰੇਗਾ। ਗਰੀਬੀ, ਲੰਮੀ ਬਿਮਾਰੀ, ਸਮਾਜਿਕ ਹੇਠੀ, ਹਾਰ, ਅਸਫਲਤਾ ਆਦਿ ਉਦਾਸੀ ਦੇ ਸਰਬ ਵਿਆਪਕ ਕਾਰਨ ਹਨ। ਤੰਗ ਘਰ, ਭੀੜੀਆਂ ਗਲੀਆਂ, ਮੈਲੇ ਕੱਪੜੇ, ਸਫਾਈ ਦੀ ਅਣਹੋਂਦ, ਭੋਜਨ ਅਤੇ ਪਾਣੀ ਦੀ ਘਾਟ ਆਦਿ ਸਭ ਨਿਰਾਸ਼ਾਜਨਕ ਹਾਲਤਾਂ ਹਨ। ਉਦਾਹਰਨ ਵਜੋਂ ਇੱਕ ਪਰਿਵਾਰ ਵਿੱਚ ਗਰੀਬੀ ਕਾਰਨ ਸਲਾਬੇ ਘਰ ਵਿੱਚ ਰਹਿਣ ਕਰਕੇ ਬੱਚਿਆਂ ਨੂੰ ਦਮੇ ਦੀ ਸ਼ਿਕਾਇਤ ਹੈ ਅਤੇ ਹਸਪਤਾਲ ਦੇ ਡਾਕਟਰ ਦੇ ਬਿੱਲ ਅਤੇ ਦਵਾਈਆਂ ਲਈ ਪੈਸੇ ਨਹੀਂ, ਉਧਾਰ ਲੈਣੇ ਪੈਂਦੇ ਹਨ। ਵਿਆਜ ਦੀ ਅਦਾਇਗੀ ਵਿੱਚ ਸਾਈਕਲ ਵੀ ਵਿਕ ਜਾਂਦੀ ਹੈ। ਕੰਮ ਦੀ ਥਾਂ ਤੇ ਵਕਤ ਸਿਰ ਪਹੁੰਚਿਆ ਨਹੀਂ ਜਾ ਸਕਦਾ। ਨੌਕਰੀ ਖਤਮ ਕਰਨ ਦੀ ਚੇਤਾਵਨੀ ਮਿਲਦੀ ਹੈ। ਅਜਿਹੀ ਹਾਲਤ ਕਾਰਨ ਭੈੜੇ ਘਰ ਵਿੱਚ ਰਹਿਣ ਦੀ ਮਜਬੂਰੀ ਹੈ, ਜਿਸ ਨਾਲ ਬੱਚੇ ਦੀ ਦਮੇ ਦੀ ਸਮੱਸਿਆ ਹੋਰ ਵਿਗੜ ਜਾਂਦੀ ਹੈ। ਜਿਨ੍ਹਾਂ ਨੂੰ ਇਹ ਮਜਬੂਰੀ ਨਹੀਂ ਹੁੰਦੀ, ਉਹਨਾਂ ਨੂੰ ਹੋਰ ਪਰੇਸ਼ਾਨੀਆਂ ਹੁੰਦੀਆਂ ਹਨ। ਮੇਰੀ ਇੱਕ ਸਤਿਕਾਰਯੋਗ ਅਧਿਆਪਕਾ ਸੀ। ਬੜੀ ਉਦਾਸ, ਧਰਮ ਅਤੇ ਜਾਤ ਦੇ ਵਖਰੇਵੇਂ ਕਾਰਨ ਉਸ ਦਾ ਵਿਆਹ ਨਹੀਂ ਸੀ ਹੋਇਆ। ਉਸ ਨੇ ਸਮਾਜ ਅਤੇ ਧਰਮ ਦੀ ਮਰਿਆਦਾ ਦੀ ਈਨ ਮੰਨ ਲਈ ਸੀ, ਕਿਉਂਕਿ ਉਹ ਉਸ ਜ਼ਮਾਨੇ ਦੀ ਸੀ ਜਦੋਂ ਸੁੱਚੀਆਂ ਕਦਰਾਂ ਕੀਮਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਸਨ ਅਤੇ ਜਦੋਂ ਇੱਕ ਜਨਮ ਵਿੱਚ ਇੱਕ ਨੂੰ ਹੀ ਪਿਆਰ ਕਰਨ ਅਤੇ ਉਸੇ ਦੀ ਯਾਦ ਵਿੱਚ ਜਿਉਣ ਅਤੇ ਮਰਨ ਦੀ ਪਰੰਪਰਾ ਸੀ। ਉਸ ਦੀ ਉਦਾਸੀ ਨੂੰ ਵੇਖ ਕੇ ਅਸੀਂ ਕਿਹਾ ਕਰਦੇ ਸਾਂ ਕਿ ਚੰਗਾ ਹੁੰਦਾ ਜੇ ਉਸ ਨੂੰ ਉਹ ਨਾ ਹੀ ਮਿਲਿਆ ਹੁੰਦਾ। ਹਰ ਵਿਅਕਤੀ ਵੱਖਰੇ ਕਾਰਨ ਕਰਕੇ ਉਦਾਸ ਹੈ, ਪਰ ਹਰ ਕੋਈ ਉਦਾਸ ਹੈ। ਹਸਮੁਖ ਲੋਕਾਂ ਨਾਲੋਂ ਉਦਾਸ ਲੋਕਾਂ ਨੇ ਸੰਸਾਰ ਨੂੰ ਵਧੇਰੇ ਯੋਗਦਾਨ ਦਿੱਤਾ ਹੈ। ਉਦਾਸੀ ਹੁੰਦੀ ਦੁਖਦਾਈ ਹੈ, ਪਰ ਇਸ ਦਾ ਸਿੱਟਾ ਸੁਖਦਾਈ ਹੁੰਦਾ ਹੈ। ਉਦਾਸੀ ਨਾਲ ਸਾਡੀ ਤੱਕਣੀ ਵਿੱਚ ਹਮਦਰਦੀ ਜਾਗਦੀ ਹੈ, ਸਾਡੇ ਵਿਹਾਰ ਵਿੱਚ ਡੂੰਘਾਈ ਆਉਂਦੀ ਹੈ। ਅਸੀਂ ਧਿਆਨ ਨਾਲ ਸੁਣਨ ਦਾ ਸਲੀਕਾ ਸਿੱਖਦੇ ਹਾਂ। ਅਸੀਂ ਕਾਹਲ ਤੋਂ ਮੁਕਤ ਹੋ ਜਾਂਦੇ ਹਾਂ। ਸਾਡੀ ਸੋਚ ਵਿਸ਼ਾਲ ਹੁੰਦੀ ਹੈ। ਅਨੁਭਵ ਦੀ ਸ਼ਕਤੀ ਅਤੇ ਸਮਝਣ ਦੀ ਸਮਰੱਥਾ ਵੱਧ ਜਾਂਦੀ ਹੈ। ਉਦਾਸ ਵਿਅਕਤੀ ਨੂੰ ਉਦਾਸੀ ਵਿੱਚੋਂ ਮਿੱਤਰਾਂ, ਪਿਆਰਿਆਂ ਅਤੇ ਸਾਕ ਸੰਬੰਧੀਆਂ ਦੀ ਉਹ ਭਾਵਨਾ ਕੱਢਦੀ ਹੈ ਜਿਸ ਵਿੱਚ ਉਦਾਸ ਵਿਅਕਤੀ ਨੂੰ ਜੀਵਨ ਦੇ ਪ੍ਰਵਾਹ ਵਿੱਚ ਮੁੜ ਲਿਆਉਣ ਦੀ ਕਾਮਨਾ ਕੀਤੀ ਗਈ ਹੁੰਦੀ ਹੈ। ਜੇ ਹਮਦਰਦੀ ਦੀ ਤਰੇਲ ਪੈਂਦੀ ਰਹੇ ਤਾਂ ਮੁਰਝਾਏ ਹੋਏ ਗੁਲਾਬ ਵੀ ਖਿੜ ਪੈਂਦੇ ਹਨ। ਹੌਲੀ ਹੌਲੀ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਪਤਝੜ ਵਿੱਚ ਵੀ ਫੁੱਲ ਖਿੜਦੇ ਹਨ। ਗੁਲਮੋਹਰ ਤਾਂ ਖਿੜਦਾ ਹੀ ਜੇਠ ਹਾੜ ਦੀਆਂ ਧੁੱਪਾਂ ਵਿੱਚ ਹੈ। ਉਦਾਸੀ ਦੇ ਡੂੰਘੇ ਅਨੁਭਵ ਸਭ ਪ੍ਰਕਾਰ ਦੀ ਕਲਾ ਅਤੇ ਵਿਸ਼ੇਸ਼ ਕਰਕੇ ਕਵਿਤਾ ਦੀ ਜਨਮ ਭੂਮੀ ਹੁੰਦੇ ਹਨ। ਕਵਿਤਾ ਸਾਡੀ ਆਤਮਾ ਨੂੰ ਸਿੰਜਦੀ ਹੈ। ਅਜੋਕੇ ਸਮੇਂ ਵਿੱਚ ਸਾਨੂੰ ਸੈਂਕੜੇ ਹਜ਼ਾਰਾਂ ਕਵੀਆਂ ਦੀ ਲੋੜ ਹੈ ਜਿਹੜੇ ਉਦਾਸੀ ਨੂੰ ਗੀਤਾਂ ਵਿੱਚ ਸਮੋ ਸਕਣ। ਧੰਨਵਾਦ।